ਪਤਾ ਗੱਲ ਕੀ ਸਰਕਾਰਾਂ ਦੇ ਨਾ ਅਸੀਂ ਪੈਰਾਂ ਤੇ ਚਰਨਾਂ ਤੱਕ ਹੱਥ ਲਾ ਚੁੱਕੇ ਜੀ। ਸਾਡੇ ਭਰਾਵਾਂ ਦਾ ਹਾਲਤ ਇੰਨੀ ਗੰਭੀਰ ਹੋ ਰਹੀ ਹੈ। ਜਦੋਂ ਸਾਡੇ ਡੈਡੀ ਦੀ ਡੈਥ ਹੋਈ ਸੀਗੀ ਉਸ ਟਾਈਮ ਅਸੀਂ ਆਪਣੇ ਡੈਡੀ ਦੇ ਨੂੰ ਅਸੀਂ ਕਿਹੜੇ ਹਿਸਾਬ ਨਾਲ ਅਸੀਂ ਆਪਣੇ ਘਰੇ ਲੈ ਕੇ ਗਏ ਸੀ। ਸਾਨੂੰ ਹੌਸਲਾ ਸੀਗਾ ਵੀ ਸਰਕਾਰ ਦੇ ਵੀ ਸਾਡੇ ਪਿਤਾ ਜੀ ਦੀ ਨੌਕਰੀ ਅਸੀਂ ਕਰਾਂਗੇ, ਪਰ ਸਾਨੂੰ ਇੱਥੇ ਦਫ਼ਤਰਾਂ ਦੇ ਵਿੱਚ ਧੱਕੇ। ਮੈਂ ਕੈਪਟਨ ਸਾਹਿਬ ਜੀ ਨੂੰ ਯਾਦ ਕਰਵਾਉਣਾ ਚਾਹੁੰਦਾ ਹਾਂ ਵੀ ਤੁਸੀਂ ਸਾਡੇ 2016 ਦੇ ਵਿੱਚ ਧਰਨੇ ਵਿੱਚ ਆਏ ਸੀਗੇ ਜੀ, ਤੇ ਸਾਨੂੰ ਤੁਸੀਂ ਸਮਰਥਨ ਦੇ ਕੇ ਗਏ ਸੀਗੇ ਵੀ ਜਦੋਂ ਮੇਰੀ ਸਰਕਾਰ ਆਊਗੀ ਤਾਂ ਮੈਂ ਤੁਹਾਨੂੰ ਪਹਿਲ ਦੇ ਆਧਾਰ ਤੇ ਨੌਕਰੀ ਦੇਵਾਂਗਾ। ਆਹ ਦੇਖ ਲਓ ਸਮਰਥਨ ਦੀਆਂ ਜੀ। ਕੈਪਟਨ ਸਾਹਿਬ ਖੁਦ ਸਾਡੇ ਧਰਨੇ 'ਚ ਆਏ ਸੀ। ਅੱਜ 4.5 ਸਾਲ ਬੀਤ ਜਾਣ ਦੇ ਬਾਅਦ ਮੈਂ ਕੈਪਟਨ ਸਾਹਿਬ ਨੂੰ ਇਹ ਪੁੱਛਣਾ ਚਾਹੁੰਦਾ ਹਾਂ ਜੀ, ਤੁਸੀਂ ਚੇਤਾ ਸਾਡਾ ਵਾਅਦਾ ਜਿਹੜਾ ਕੀਤਾ ਸੀ ਉਹ ਭੁੱਲ ਗਏ। ਅਸੀਂ ਤੁਹਾਨੂੰ ਚੇਤਾ ਕਰਾਉਣਾ ਚਾਹੁੰਦੇ ਹਾਂ। ਸਤਿ ਸ਼੍ਰੀ ਅਕਾਲ ਜੀ। ਤੁਸੀਂ ਦੇਖ ਰਹੇ ਹੋ ਪ੍ਰਵਾਸੀ ਟੀਵੀ ਤੇ ਮੈਂ ਹਾਂ ਸਫਰ ਰੰਧਾਵਾ। ਪਿਛਲੇ 40 ਦਿਨਾਂ ਤੋਂ ਮੁਹਾਲੀ ਦੇ ਵਿੱਚ ਹੋਮਗਾਰਡ ਦੇ ਪਰਿਵਾਰਾਂ ਨੇ ਹੋਮਗਾਰਡ ਯੂਨੀਅਨ ਬਣਾ ਕੇ ਇੱਕ ਧਰਨਾ ਲਾਇਆ ਹੋਇਆ। ਪੱਕਾ ਧਰਨਾ 40 ਦਿਨਾਂ ਤੋਂ ਚੱਲ ਰਿਹਾ। ਪਹਿਲਾਂ ਭੁੱਖ ਹੜਤਾਲ ਤੇ ਬੈਠੇ ਸੀਗੇ ਤਾਂ ਹੁਣ ਮਰਨ ਵਰਤ ਉਹਨਾਂ ਨੌਜਵਾਨਾਂ ਵੱਲੋਂ ਰੱਖਿਆ ਗਿਆ। ਆਖਰ ਮਰਨ ਵਰਤ ਰੱਖਣ ਤੱਕ ਦੀ ਜਿਹੜੀ ਨੌਬਤਾ ਜਾਂ ਅਜਿਹਾ ਫੈਸਲਾ ਉਹਨਾਂ ਨੂੰ ਕਿਉਂ ਲੈਣਾ ਪਿਆ, ਆਪਾਂ ਉਸ ਬਾਰੇ ਵੀ ਗੱਲਬਾਤ ਕਰਾਂਗੇ। ਇਹਨਾਂ ਦੇ ਪਿਤਾ, ਇਹਨਾਂ ਦੇ ਘਰ ਦੇ ਮੈਂਬਰ ਪੰਜਾਬ ਹੋਮਗਾਰਡ ਦੀ ਨੌਕਰੀ ਕਰਦੇ ਸ਼ਹੀਦ ਹੋਏ ਜਾਂ ਡਿਊਟੀ ਤੇ ਉਹਨਾਂ ਦੀ ਜਿਹੜੀ ਜਾਨ ਚਲੀ ਗਈ ਤਾਂ ਇਹ ਨੌਕਰੀ ਦੇ ਹੱਕਦਾਰ ਨੇ। ਸਰਕਾਰੀ ਮੁਲਾਜ਼ਮ ਜਦੋਂ ਡਿਊਟੀ ਤੇ ਉਹਦੀ ਅਚਾਨਕ ਮੌਤ ਹੋ ਜਾਂਦੀ ਹੈ ਤਾਂ ਪਰਿਵਾਰ ਦੇ ਇੱਕ ਮੈਂਬਰ ਨੂੰ ਨੌਕਰੀ ਦਿੱਤੀ ਜਾਂਦੀ ਹੈ। ਤਾਂ ਉਸੇ ਨੌਕਰੀ ਦੀ ਜੱਦੋ ਜਹਿਦ ਦੇ ਵਿੱਚ ਅੱਜ 40 ਦਿਨ ਹੋ ਗਏ। ਨਵਜੋਤ ਸਿੱਧੂ ਨੂੰ ਵੀ ਇਹ ਮਿਲੇ ਸੀਗੇ, ਉਹਨਾਂ ਨੇ ਤੱਕ ਗੱਲ ਪਹੁੰਚਾਈ ਸੀ। ਕਹਿੰਦੇ ਨਵਜੋਤ ਸਿੰਘ ਸਿੱਧੂ ਵੀ ਸਾਡੇ ਮਸਲੇ ਦੇ ਵਿੱਚ ਹੱਥ ਖੜੇ ਕਰ ਗਿਆ ਸੀ। 2 ਵਾਰ CM ਹਾਊਸ ਮੁੱਖ ਮੰਤਰੀ ਦੇ ਘਰ ਦਾ ਘਰਾਓ ਵੀ
ਕਰ ਚੁੱਕੇ ਨੇ। ਪੁਲਿਸ ਇਹਨਾਂ ਨੂੰ ਫੜ ਲੈਂਦੀ ਹੈ ਤੇ ਫਿਰ ਛੱਡ ਦਿੰਦੀ ਹੈ। ਤਾਂ ਉਸ ਤੋਂ ਬਾਅਦ ਪੰਜਾਬ ਹੋਮਗਾਰਡ ਯੂਨੀਅਨ ਦੇ ਜਿਹੜੀ ਬ੍ਰਾਂਚ ਹੈ 17 ਸੈਕਟਰ ਜਿੱਥੇ ਡੀਜੀਪੀ ਬਹਿੰਦੇ ਨੇ, ਉੱਥੇ ਵੀ ਇਹ ਗਏ ਸੀਗੇ ਤਾਂ ਉੱਥੋਂ ਵੀ ਇਹਨਾਂ ਨੂੰ ਕੋਈ ਜਿਹੜਾ ਇਨਸਾਫ ਉਹ ਨਹੀਂ ਮਿਲਿਆ। ਤਾਂ ਜਿਸ ਤੋਂ ਬਾਅਦ ਇਹਨਾਂ ਨੂੰ ਭੁੱਖ ਹੜਤਾਲ ਤੋਂ ਬਾਅਦ ਮਰਨ ਵਰਤ ਦਾ ਜਿਹੜਾ ਫੈਸਲਾ ਉਹ ਲੈਣਾ ਪਿਆ। ਆਪਾਂ ਗੱਲਬਾਤ ਕਰਾਂਗੇ। ਤੁਸੀਂ ਤਸਵੀਰਾਂ ਦੇਖ ਰਹੇ ਹੋ ਕਿ ਜਿਹੜੇ ਦੋ ਨੌਜਵਾਨਾਂ ਨੇ ਮਰਨ ਵਰਤ ਰੱਖਿਆ ਹੋਇਆ ਉਹ ਬੋਲ ਵੀ ਨਹੀਂ ਸਕਦੇ। ਜਿਹੜੀ ਹਾਲਤ ਆ ਉਹਨਾਂ ਦੀ ਬਹੁਤ ਗੰਭੀਰ ਹੁੰਦੀ ਜਾਂਦੀ ਹੈ ਦਿਨੋਂ ਦਿਨ। 7 ਦਿਨ ਉਹਨਾਂ ਨੂੰ ਅੱਜ ਮਰਨ ਵਰਤ ਰੱਖਿਆ ਨੂੰ ਹੋ ਗਏ ਤੇ ਰਾਤ ਨੂੰ ਉਹਨਾਂ ਦੀ ਕੱਲ ਰਾਤ ਉਹਨਾਂ ਦੀ ਸਿਹਤ ਹੈ ਜਿਹੜੀ ਉਹ ਜ਼ਿਆਦਾ ਖਰਾਬ ਹੋ ਗਈ ਸੀ ਤੇ ਫਿਰ ਇੱਕ PCR ਆਉਂਦੀ ਆ, ਉਹਨਾਂ ਨੂੰ ਲੈ ਜਾਂਦੀ ਹੈ ਹਸਪਤਾਲ, ਟ੍ਰੀਟਮੈਂਟ ਕਰਾ ਕੇ ਉਹਨਾਂ ਨੂੰ ਫਿਰ ਇੱਥੇ ਛੱਡ ਦਿੱਤਾ ਜਾਂਦਾ ਹੈ। ਆਖਰ ਇਹ ਇਸ ਤਰ੍ਹਾਂ ਕਿੰਨਾ ਕੁ ਚਿਰ ਚੱਲਦਾ ਰਹੂਗਾ ਇਹ ਵੀ ਜਾਣਨ ਦੀ ਕੋਸ਼ਿਸ਼ ਕਰਾਂਗੇ। ਮੇਰਾ ਨਾਮ ਹਰਜਿੰਦਰ ਸਿੰਘ ਹੈ ਜੀ। ਪੰਜਾਬ ਹੋਮਗਾਰਡ ਵਿੱਚ ਜਿੰਨੇ ਹੀ ਪਰਿਵਾਰਾਂ ਦੀ ਔਨ ਡਿਊਟੀ ਡੈਥ ਹੋ ਜਾਂਦੀ ਹੈ, ਪੰਜਾਬ ਸਰਕਾਰ ਦੁਆਰਾ 2016 ਵਿੱਚ ਇੱਕ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਸੀਗਾ, ਜਿਸ ਦੇ ਵਿੱਚ ਕਿਹਾ ਗਿਆ ਸੀ ਕਿਸੇ ਵੀ ਪਰਿਵਾਰਕ ਮੈਂਬਰ ਦੀ ਔਨ ਡਿਊਟੀ ਡੈਥ ਹੁੰਦੀ ਹੈ ਜੋ ਪੰਜਾਬ ਹੋਮਗਾਰਡ ਵਿੱਚ ਡਿਊਟੀ ਕਰਦੇ ਹਨ, ਉਹਨਾਂ ਦੇ ਇੱਕ ਪਰਿਵਾਰ ਨੂੰ ਤਰਸ ਦੇ ਆਧਾਰ 'ਤੇ ਨੌਕਰੀ ਦਿੱਤੀ ਜਾਊਗੀ। ਜਦ ਕਿ ਸਰਕਾਰ ਨੇ 2016 ਦੇ ਵਿੱਚ ਇਹ ਨੋਟੀਫਿਕੇਸ਼ਨ ਜਾਰੀ ਹੋਇਆ, 18 ਦੇ ਵਿੱਚ ਇਹਨਾਂ ਨੇ ਭਰਤੀ ਕੀਤੀ ਗਈ ਹੈ, ਇਸ ਤੋਂ ਬਾਅਦ 19 ਦੇ ਵਿੱਚ ਭਰਤੀ ਕੀਤੀ ਹੈ, 18 ਵਿੱਚ ਭਰਤੀ ਕੀਤੇ ਗਏ ਆ 858 ਬੰਦੇ, 19 ਵਿੱਚ ਇਹਨਾਂ ਨੇ 300 ਬੰਦੇ ਦੇ ਕਰੀਬ ਭਰਤੀ ਕੀਤੀ ਗਈ ਹੈ। ਇਸ ਤੋਂ ਬਾਅਦ 19 ਤੋਂ ਲੈ ਕੇ 21 ਤੱਕ ਦੇ ਕਿਸੇ ਵੀ ਵਿਅਕਤੀ ਨੂੰ ਤਰਸ ਦੇ ਆਧਾਰ 'ਤੇ ਨੌਕਰੀ ਨਹੀਂ ਦਿੱਤੀ ਗਈ, ਜੋ ਕਿ ਸਾਡਾ ਬਣਦਾ ਹੱਕ ਸਰਕਾਰ ਵੱਲੋਂ ਦਿੱਤਾ ਜਾਣਾ ਸੀ, ਉਹ ਸਾਨੂੰ ਨਹੀਂ ਮਿਲ ਰਿਹਾ ਤੇ ਸਾਨੂੰ ਦਰ ਦੀਆਂ ਠੋਕਰਾਂ ਖਾਣੀਆਂ ਪੈ ਰਹੀਆਂ ਨੇ। ਅਸੀਂ ਰਾਜਾ ਵੜਿੰਗ, ਮਹਾਰਾਣੀ ਪ੍ਰਨੀਤ ਕੌਰ, ਬ੍ਰਹਮ ਮਹਿੰਦਰਾ ਜੀ ਤੇ ਹੋਰ MP ਸਾਹਿਬ, DGP ਸਾਹਿਬ ਤੇ ਤੱਕ ਪਹੁੰਚ ਕਰ ਚੁੱਕੇ ਹਾਂ। ਗੱਲ ਕਰ ਸਾਡੀ ਕੋਈ ਵੀ ਸੁਣਵਾਈ ਨਹੀਂ ਹੋ ਰਹੀ ਤੇ ਸਾਨੂੰ ਸਿਰਫ ਲਾਰਿਆਂ ਦੇ ਵਿੱਚ ਹੀ ਰੱਖਿਆ ਜਾ ਰਿਹਾ ਹੈ। ਤੁਹਾਨੂੰ ਅੱਗੋਂ ਜਵਾਬ ਕੀ ਦਿੰਦਾ ਜਦੋਂ ਤੁਸੀਂ ਗੱਲ ਕਰਦੇ ਹੋ? ਜਵਾਬ ਕੀ ਮਿਲਦਾ? DGP ਸਾਹਿਬ ਕਹਿ ਦਿੰਦੇ ਆ ਸਰਕਾਰ ਕੋਲ ਪ੍ਰਪੋਜ਼ਲ ਗਈ ਹੈ। ਜਦੋਂ CM ਦਫ਼ਤਰ ਜਾਈਦਾ OSDO ਸਾਹਿਬ ਸਾਨੂੰ ਸਿਰਫ ਲਾਰੇ ਹੀ ਲਾ ਕੇ ਮੋੜ ਦਿੰਦੇ ਆ ਕਿ ਅਸੀਂ ਕੱਲ੍ਹ ਨੂੰ ਦੇਖਾਂਗੇ, ਹਫ਼ਤੇ ਤੱਕ ਆ ਜਾਓ, 4 ਦਿਨਾਂ ਤੱਕ ਆ ਜਾਓ, 2 ਦਿਨਾਂ ਤੱਕ ਆ ਜਾਓ। ਸਾਡਾ ਸਮਾਂ ਬਰਬਾਦ ਕੀਤਾ ਜਾ ਰਿਹਾ ਹੈ ਤੇ ਸਾਡੀ ਕੋਈ ਵੀ ਸੁਣਵਾਈ ਨਹੀਂ ਕੀਤੀ ਜਾ ਰਹੀ, ਜਿਸ ਕਾਰਨ ਸਾਡੇ 2 ਭਰਾਵਾਂ ਨੇ ਮਰਨ ਵਰਤ ਰੱਖਿਆ। ਇਸ ਤੇ ਰਾਤ ਦਾ ਜਿਹੜਾ ਘਟਨਾਕ੍ਰਮ ਹੋਇਆ ਉਹ ਕੀ ਰਿਹਾ? ਕਿੰਨੀ ਕੁ ਸਿਹਤ ਵਿਗੜ ਗਈ ਸੀ? ਕਿਹੜੇ ਥਾਣੇ ਦੀ ਪੁਲਿਸ ਇਹਨਾਂ ਨੂੰ ਹਸਪਤਾਲ ਪਹੁੰਚਾ ਕੇ ਆਈ ਤੇ ਫਿਰ ਬਾਅਦ ਚ ਲੈ ਕੇ ਵੀ ਆਈ? ਰਾਤ PCR 8 ਫੇਸ ਮੋਹਾਲੀ ਜਿਹੜੇ SHO ਸਾਹਿਬ ਆ, ਉਹਨਾਂ ਦੀ PCR ਨੇ ਸਾਨੂੰ ਹਸਪੀਟਲ ਉਹਨਾਂ ਨੂੰ ਫੋਨ ਕੀਤਾ ਸੀ ਜਾਂ ਉਹ ਆਪੇ ਆਏ ਸੀ? ਹਾਂਜੀ ਫੋਨ ਕੀਤਾ ਸੀਗਾ ਉਹਨਾਂ ਨੂੰ ਜੀ, ਤੇ ਉਹਨਾਂ ਨੇ PCR ਨੂੰ ਭੇਜਿਆ ਤੇ ਸਾਨੂੰ ਫਿਰ 6 ਫੇਸ ਮੋਹਾਲੀ ਹਸਪੀਟਲ ਹੈ ਸਰਕਾਰੀ, ਉਹਦੇ ਵਿੱਚ ਐਡਮਿਟ ਕਰਵਾਇਆ ਤੇ ਸਾਡੇ ਸਾਥੀਆਂ ਦੀ ਬਹੁਤ ਗੰਭੀਰ ਹਾਲਤ ਹੋ ਚੁੱਕੀ ਸੀ, ਜਿਸ ਕਾਰਨ ਉਹ ਡ੍ਰਿਪ ਲਾਉਂਦੇ ਸੀਗੇ ਪਰ ਅਸੀਂ ਲਾਉਣ ਨਹੀਂ ਦਿੱਤੀ ਕਿਉਂਕਿ ਸਾਡੀ ਸੁਣਵਾਈ ਨਹੀਂ ਕੋਈ ਹੋ ਰਹੀ। ਉਹਨਾਂ ਨੇ ਫਿਰ ਆਪਣੇ ਸਿਵਲ ਸਰਜਨ ਨੂੰ ਪੁੱਛਿਆ, ਫਿਰ ਉਹਨਾਂ ਨੇ ਕਹਿਤਾ ਵੀ ਜੇਕਰ ਇਹ ਆਪਣੀ ਸਹਿਮਤੀ ਨਾਲ ਲਵਾਉਂਦੇ ਆ ਤਾਂ ਠੀਕ ਆ, ਨਹੀਂ ਲਵਾਉਂਦੇ ਤਾਂ ਇਹਨਾਂ ਨੂੰ ਸਰਕਾਰ ਤੋਂ ਕੀ ਮੰਗ ਰੱਖਦੇ ਹੋ ਤਾਂ ਕਿ ਕੋਈ ਅਜਿਹਾ ਭਾਣਾ ਨਾ ਵਾਪਰੇ ਕਿ ਉਹਨਾਂ ਦੀ ਸਿਹਤ ਆ ਜਿਹੜੀ ਹੋਰ ਜ਼ਿਆਦਾ ਵਿਗੜ ਜਾਵੇ? ਸਰਕਾਰ ਨੂੰ ਇਹੀ ਅਪੀਲ ਕਰਨਾ ਚਾਹੁੰਦਾ ਜੀ, ਜੇ ਸਾਡੇ ਤੱਕ ਜਲਦ ਤੋਂ ਜਲਦ ਪਹੁੰਚ ਕੀਤੀ ਜਾਵੇ। ਸਾਡੇ ਜਿਹੜੇ 2 ਭਰਾ ਮਰਨ ਵਰਤ 'ਤੇ ਬੈਠੇ ਆ, ਉਹਨਾਂ ਦੀ ਕੰਡੀਸ਼ਨ ਅੱਜ ਬਹੁਤ ਹੀ ਜ਼ਿਆਦਾ ਗੰਭੀਰ ਹੈ ਜੀ। ਇਸ ਕਰਕੇ ਸਰਕਾਰ ਨੂੰ ਇਹੀ ਅਪੀਲ ਕਰਨਾ ਚਾਹੁੰਦਾ ਵੀ ਸਰਕਾਰ ਦਾ ਕੋਈ ਵੀ ਨੁਮਾਇੰਦਾ ਸਾਡੇ ਤੱਕ ਪਹੁੰਚ ਕਰੇ ਤੇ ਇਹਨਾਂ ਸਾਡੀਆਂ ਜੋ ਮੰਗਾਂ ਆ ਉਹਨਾਂ ਨੂੰ ਧਿਆਨ ਵਿੱਚ ਲਿਆਂਦਾ ਜਾਵੇ। ਬਹੁਤ ਸਾਰੀਆਂ ਪਾਰਟੀਆਂ ਅੱਜ ਕੱਲ੍ਹ ਇੱਕ ਨੰਬਰ ਜਾਰੀ ਕਰਦੀਆਂ ਨੇ ਕਿ ਜੇਕਰ ਤੁਹਾਡੇ ਕੋਈ ਮਸਲੇ ਨੇ ਤਾਂ ਸਾਡੇ ਤੱਕ ਲੈ ਕੇ ਆਓ, ਅਸੀਂ ਉਠਾਵਾਂਗੇ। ਤਾਂ ਤੁਸੀਂ ਇੱਦਾਂ ਦੀ ਕੋਈ ਪਹਿਲ ਕੀਤੀ ਜਾਂ ਕਿਸੇ ਨਾਲ ਕੰਟੈਕਟ ਕਰਨ ਦੀ ਕੋਸ਼ਿਸ਼ ਕੀਤੀ? ਦੇਖੋ ਜੀ, ਅਸੀਂ ਤਾਂ ਸਾਰਿਆਂ ਦਾ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਪਰ ਕਿਸੇ ਵੀ ਪਾਰਟੀ ਨੇ ਸਾਡਾ ਕੋਈ ਸਪੋਰਟ ਨਹੀਂ ਕੀਤਾ ਜੀ। ਤੇ ਅਸੀਂ ਜਿੰਨਿਆਂ ਕੋਲ ਵੀ ਗਏ ਆ ਦੇਖਾਂਗੇ ਜਾਂ ਅਸੀਂ ਪਾਵਰ 'ਚ ਹੈ ਨਹੀਂ ਇਹ ਕਹਿ ਕੇ ਸਾਡੇ ਤੋਂ ਭੱਲਾ ਝਾੜ ਲਿਆ। ਕਿਹਨਾਂ ਨਾਲ ਸੰਪਰਕ ਕਰ ਚੁੱਕੇ ਹੁਣ ਤੱਕ? ਅਸੀਂ ਜੀ ਆਮ ਆਦਮੀ ਪਾਰਟੀ ਦੇ ਨੁਮਾਇੰਦਿਆਂ ਨਾਲ ਸੰਪਰਕ ਕੀਤਾ, ਉਹਨਾਂ ਨੇ ਵੀ ਇਹੀ ਦੱਸਿਆ ਵੀ ਸਾਡੀ ਸੱਤਾ ਦੇ ਵਿੱਚ ਸੀ। ਕਿਹਨਾਂ ਨਾਲ? ਨਾਮ ਕੀ ਸੀ? ਮੋਹਾਲੀ ਤੋਂ ਇੱਥੇ ਸੀਗੇ ਜੀ ਜਿਹੜੇ ਖੜੇ ਸੀ ਪਿਛਲੀ ਵਾਰੀ ਸੀਟਾਂ ਤੇ, ਉਹਨਾਂ ਨਾਲ ਕੀਤਾ ਸੀਗਾ। ਉਹ ਕਹਿੰਦੇ ਵੀ ਸਾਡੀ ਸੱਤਾ 'ਚ ਆਊਗੀ ਅਸੀਂ ਦੇਖਾਂਗੇ ਤੇ ਉਸ ਤੋਂ ਬਾਅਦ ਕਿਸੇ ਨੇ ਸਾਡੇ ਇੱਥੇ ਧਰਨੇ 'ਚ ਕੋਈ ਵੀ ਨਹੀਂ ਆਇਆ। ਅੱਜ ਇਹਨਾਂ ਦੀ ਇੰਨੀ ਸਿਹਤ ਖਰਾਬ ਆ ਸਾਡੇ ਭਰਾਵਾਂ ਦੀ,
ਅਸੀਂ ਪ੍ਰਸ਼ਾਸਨ ਨੂੰ ਬਕਾਇਦਾ ਹਰੇਕ ਨੂੰ ਰੱਖਣ ਤੋਂ ਪਹਿਲਾਂ ਦਿੱਤਾ, ਐਪਲੀਕੇਸ਼ਨਾਂ ਦਿੱਤੀਆਂ। ਉਹਨਾਂ ਵੱਲੋਂ ਕਿਸੇ ਤੋਂ ਵੀ ਪਹਿਲਾਂ ਇੱਕ ਵਾਰ ਵੀ ਆ ਕੇ ਇਹਨਾਂ ਨੂੰ ਚੈੱਕ ਨਹੀਂ ਕੀਤਾ, ਕੋਈ ਮੈਡੀਕਲ ਕੋਈ ਫੈਸਿਲਿਟੀ ਕੁਛ ਨਹੀਂ ਦਿੱਤੀ ਗਈ। ਕੱਲ ਨੂੰ ਇਹਨਾਂ ਨੂੰ ਕੁਛ ਵੀ ਹੁੰਦਾ ਆ, ਸਰਕਾਰ ਪ੍ਰਸ਼ਾਸਨ ਜ਼ਿੰਮੇਵਾਰ ਆ। ਜੇ ਇਹਨਾਂ ਨੂੰ ਕੁਛ ਹੁੰਦਾ ਆ ਤੇ ਅਸੀਂ ਵੀ ਮਰਨ ਵਰਤ ਤੇ ਬੈਠਾਂਗੇ। ਜਿੰਨਾ ਚਿਰ ਸਾਡੀਆਂ ਮੰਗਾਂ ਦੀ ਸੁਣਵਾਈ ਨਹੀਂ ਹੁੰਦੀ ਅਸੀਂ ਇਦਾਂ ਹੀ ਬੈਠੇ ਰਵਾਂਗੇ। ਜਿੰਨਾ ਚਿਰ ਸਰਕਾਰ ਸਾਡੀਆਂ ਨਹੀਂ ਮੰਗਾਂ ਮੰਨਦੀ ਅਸੀਂ ਨਹੀਂ ਇੱਥੋਂ ਹਿੱਲਣ ਵਾਲੇ। ਸਰਕਾਰ ਦੀ ਇੰਨੀ ਨਲਾਇਕੀ ਆ ਜੀ, ਅਸੀਂ ਮੰਗ ਪੱਤਰ ਵੀ ਦਿੱਤਾ, ਬਹੁਤ ਸ਼ਾਂਤਮਈ ਢੰਗ ਨਾਲ ਪ੍ਰੋਟੈਸਟ ਕੀਤਾ, ਪਰ ਕੋਈ ਵੀ ਨੁਮਾਇੰਦਾ ਮੌਜੂਦਾ ਸਰਕਾਰ ਦਾ ਸਾਡੇ ਤੱਕ ਕਿਸੇ ਨੇ ਵੀ ਪਹੁੰਚ ਨਹੀਂ ਕੀਤੀ। ਅਸੀਂ ਹਰੇਕ ਕੋਲ ਗਏ, ਧੱਕੇ ਖਾ ਖਾ ਕੇ ਮੀਟਿੰਗਾਂ ਲਈਆਂ, ਮਿਹਨਤਾਂ ਤਰਲੇ ਕਰਕੇ, ਪਰ ਜਿੰਨੇ ਵੀ ਮੰਤਰੀ ਸਾਰਿਆਂ ਨੇ ਸਾਨੂੰ ਲਾਰੇ ਲਾਏ। ਅਸੀਂ ਸਿੱਧੂ ਸਾਹਿਬ ਕੋਲ ਗਏ, ਉਹ ਪ੍ਰਧਾਨ ਬਣਿਆ ਹੁਣ ਕਾਂਗਰਸ ਕਮੇਟੀ ਦੇ, ਉਹਨਾਂ ਤੋਂ ਗਏ, ਉਹ ਕਹਿੰਦੇ ਜੀ ਮੇਰੀ ਸਰਕਾਰ ਆਉਣ ਤੇ ਮੈਂ ਤੁਹਾਡਾ ਹੱਲ ਕਰੂੰਗਾ। ਵੀ ਉਹਨਾਂ ਨੂੰ ਪੁੱਛਣ ਵਾਲਾ ਹੋਵੇ, ਸਿੱਧੂ ਸਾਹਿਬ ਤੁਸੀਂ ਕਾਂਗਰਸ ਦੇ ਪ੍ਰਧਾਨ ਬਣੇ, ਤੁਹਾਡੀ ਤਾਂ ਸਰਕਾਰ ਆ। ਉਹ ਆਪਣੀ ਸੱਤਾ ਭਾਲਦੇ ਆ ਵੀ ਮੈਂ ਆਉਂਗਾ ਤੇ ਮੈਂ ਤੁਹਾਡਾ ਕੰਮ ਕਰੂੰਗਾ। ਇਦਾਂ ਹੀ ਬਾਕੀ ਵੀ ਜਿੰਨੇ ਸਾਡੇ MP ਸਿੰਘ ਆ ਜਾਂ ਹੋਰ ਮੰਤਰੀ ਆ, ਉਹ ਵੀ ਅਸੀਂ ਦੇਖਾਂਗੇ, ਕੱਲ ਨੂੰ ਕਰਾਂਗੇ। ਬਸ ਇਦਾਂ ਹੀ ਸਾਨੂੰ ਲਾਰੇ ਲਾ ਕੇ ਮੋੜ ਦਿੰਦੇ ਆ। ਅਸੀਂ ਅੱਕ ਹਾਰ ਕੇ 40 ਦਿਨਾਂ ਤੋਂ ਬੈਠੇ ਆ, ਮਰਨ ਵਰਤ ਦਾ ਫੈਸਲਾ ਲਿਆ ਤੇ ਪਰ ਸਾਡੇ ਤੱਕ ਕੋਈ ਪਹੁੰਚ ਨਹੀਂ ਕਰਦੀ। ਅੱਜ ਰਾਤ ਇਹਨਾਂ ਦੀ ਇੰਨੀ ਮੈਡੀਕਲ ਮਤਲਬ ਕਿ ਹਾਲਤ ਗੰਭੀਰ ਹੋ ਗਈ ਸੀ, ਅਸੀਂ ਹੱਥਾਂ ਪੈਰਾਂ ਦੀਆਂ ਭਾਜੜਾਂ ਪੈ ਗਈਆਂ। ਅਸੀਂ ਪੁਲਿਸ ਨੂੰ CID ਨੂੰ ਫੋਨ ਕੀਤਾ, ਚਲੋ ਉਹਨਾਂ ਨੇ ਸਾਨੂੰ ਐਂਬੂਲੈਂਸ ਦੇ ਕੇ ਹਸਪਤਾਲ ਪਹੁੰਚਾ ਦਿੱਤਾ। ਸਾਨੂੰ ਧਮਕੀਆਂ ਦਿੱਤੀਆਂ ਜਾ ਰਹੀਆਂ ਵੀ ਆਪਣਾ ਧਰਨਾ ਚੱਕ ਲਓ, ਮਰਨ। ਕੌਣ ਦਿੰਦਾ ਧਮਕੀ ਤੁਹਾਨੂੰ? ਬਸ ਇਦਾਂ ਹੀ ਆਲੇ ਦੁਆਲੇ ਫੋਨ ਕਰਦੇ ਆ, ਸਰਕਾਰ ਵੱਲੋਂ, ਗਵਰਨਮੈਂਟ ਵੱਲੋਂ, ਪ੍ਰਸ਼ਾਸਨ ਸਾਨੂੰ ਤਾਂ ਕਹਿੰਦੇ ਆ ਵੀ ਆਪਣਾ ਤੁਸੀਂ ਰੋਟੀ ਪਾਣੀ ਖਾ ਲਓ, ਕੋਈ ਨਹੀਂ ਤੁਹਾਡੀ ਫੇਰ ਮੀਟਿੰਗ ਕਰਾ ਲਾਂਗੇ। ਵਾਰ-ਵਾਰ ਸਾਡੀ ਮੀਟਿੰਗ ਕਰਵਾਈ ਜਾਂਦੇ ਆ, ਪਰ ਸਾਨੂੰ ਕੋਈ ਹੱਲ ਤਾਂ ਦਿੰਦੇ ਨਹੀਂ ਹੈਗੇ। ਮੀਟਿੰਗ ਦੇ ਵਿੱਚ ਤੁਸੀਂ ਕੀ ਗੱਲ ਰੱਖਦੇ ਹੋ ਤੇ ਉਹਨਾਂ ਵੱਲੋਂ ਕੀ ਗੱਲ ਰੱਖੀ ਜਾਂਦੀ ਹੈ? ਮੀਟਿੰਗ ਦੇ ਵਿੱਚ ਅਸੀਂ ਇਹ ਗੱਲ ਰੱਖਦੇ ਹਾਂ ਜੀ, ਤੁਹਾਡੀ ਜਿਹੜੀ 2016 ਚ ਤੁਸੀਂ 2007 ਤੋਂ ਲੈ ਕੇ ਪਾਲਿਸੀ ਬਣਾਈ ਆ ਨਾ, ਉਹਦੇ ਅੰਦਰ ਅਸੀਂ ਸਾਰੇ ਆਂਦੇ ਆ। ਉਹਨਾਂ ਵਿੱਚ 2 ਬੈਚਾਂ ਨੂੰ ਤੁਸੀਂ 18-17 ਦੇ ਵਿੱਚ ਨੌਕਰੀ ਦੇ ਚੁੱਕੇ ਆ, ਪਰ ਸਾਨੂੰ ਜਿਹੜਾ ਸਾਡਾ ਬਣਦਾ ਹੱਕ ਕਿਉਂ ਨਹੀਂ ਦਿੱਤਾ? 19 ਤੇ 20 ਵਾਲਾ ਬੈਚ? ਹਾਂਜੀ, ਮੇਰਾ 20 ਦਾ ਕੇਸ ਆ ਜੀ, ਤੇ ਸਾਰੇ ਸਾਡੇ ਨਵੇਂ ਕੇਸ ਆ। ਸਾਡਾ ਬਣਦਾ ਹੱਕ ਸਾਨੂੰ। ਤੁਹਾਡੇ ਫਾਦਰ ਡਿਊਟੀ ਦੌਰਾਨ ਜਾਨ ਚਲੀ ਗਈ ਸੀ ਉਹਨਾਂ ਦੀ? ਹਾਂਜੀ, ਮੇਰੇ ਫਾਦਰ ਸਾਹਿਬ ਦੀ ਡਿਊਟੀ ਦੌਰਾਨ ਚੱਲ ਗਈ ਸੀਗੀ 20 ਦੇ ਵਿੱਚ ਜੀ, 28 ਜੂਨ ਨੂੰ। ਪਰ ਅਸੀਂ ਸਰਕਾਰ ਦੇ ਕੋਲ ਜਾਂਦੇ ਆ ਜੀ, ਸਾਨੂੰ ਵੀ ਸਾਡਾ ਬਣਦਾ ਹੱਕ ਕਿਉਂ ਨਹੀਂ ਦਿੱਤਾ ਜਾਂਦਾ, ਕਿਉਂ ਦੇਰੀ ਕੀਤੀ ਜਾਂਦੀ ਹੈ? ਜਦੋਂ ਪਾਲਿਸੀ ਬਣੀ ਆ, ਕੋਰਟ ਦੇ ਆਰਡਰ ਆ, 3 ਮਹੀਨਿਆਂ ਦੇ ਅੰਦਰ ਡਿਊਟੀ ਦਿੱਤੀ ਜਾਣੀ ਚਾਹੀਦੀ ਆ। ਇੱਕ ਤਾਂ ਸਾਡੇ ਕਮਾਉਣ ਵਾਲੇ ਚਲ ਗਏ ਜੀ, ਉੱਤੋਂ ਅਸੀਂ ਸਾਡੀਆਂ ਪੜ੍ਹਾਈਆਂ ਰੁਕ ਗਈਆਂ, ਘਰ 'ਚ ਕਮਾਉਣ ਵਾਲਾ ਸਾਧਨ ਹੈ ਨਹੀਂ ਕੋਈ ਵੀ। ਸਰਕਾਰ ਸਾਨੂੰ ਇੰਨਾ ਤੰਗ ਕਰਨ ਦੀ ਆ, ਸਾਡੀ ਪਾਲਿਸੀ ਹੋਣ ਦੇ ਬਾਵਜੂਦ ਵੀ ਕੀ ਦੱਸੀਏ ਸਾਡਾ ਕੀ ਆਰਥਿਕ ਹਾਲਤ ਇੰਨੀ ਮੰਦੀ ਹੋ ਚੁੱਕੀ ਆ। ਅੱਜ ਪ੍ਰਸ਼ਾਸਨ ਤੋਂ ਅਸੀਂ ਇਹੀ ਮੰਗ ਕਰ ਸਕਦੇ ਹਾਂ ਵੀ ਸਾਡੇ ਵੱਲ ਧਿਆਨ ਦਿੱਤਾ ਜਾਵੇ। ਅਸੀਂ ਆਪਣੀਆਂ ਵਾਜਿਬ ਮੰਗਾਂ ਮੰਗ ਰਹੇ ਹਾਂ, ਕੋਈ ਸਾਡਾ ਕੋਈ ਇਦਾਂ ਦਾ ਕੋਈ ਹੱਕ ਨਹੀਂ ਹੈਗਾ ਵੀ ਜਿੱਤੇ ਕੋਈ ਪਾਲਿਸੀ ਨਾ ਬਣੀ ਹੋਵੇ। ਸਾਡੀ ਪਾਲਿਸੀ ਬਣੀ ਆ, ਸਾਨੂੰ ਸਾਡੀਆਂ ਮੰਗਾਂ ਦਿੱਤੀਆਂ ਜਾਣ। ਭਾਜੀ ਇਸ ਚੀਜ਼ ਨੂੰ ਕਿਵੇਂ ਦੇਖਦੇ ਹੋ ਕਿ ਜਦੋਂ ਜਿਹੜੀਆਂ ਪਾਰਟੀਆਂ ਸੱਤਾ 'ਚ ਹੁੰਦੀਆਂ ਨੇ ਉਹ ਤਾਂ ਜਵਾਬਦੇ ਹੁੰਦੀ ਆ, ਪਰ ਜਿਹੜੀਆਂ ਵਿਰੋਧੀ ਧਿਰਾਂ ਹੁੰਦੀਆਂ ਨੇ, ਬਾਕੀ ਪਾਰਟੀਆਂ ਜਿਹੜੀਆਂ ਸੱਤਾ 'ਚ ਨਹੀਂ ਹੁੰਦੀਆਂ, ਕਿ ਉਹ ਲੋਕਾਂ ਦੇ ਮਸਲੇ ਨੂੰ ਉਠਾਉਣੇ ਚਾਹੀਦੇ ਨੇ ਜਾਂ ਨਹੀਂ ਉਠਾਉਣੇ ਚਾਹੀਦੇ, ਜਾਂ ਉਹ ਉਦੋਂ ਹੀ ਉਠਾਉਣਗੀਆਂ ਜਦੋਂ ਉਹ ਸੱਤਾ ਦੇ ਵਿੱਚ ਨੇ? ਇਸ ਚੀਜ਼ ਨੂੰ ਕਿਵੇਂ ਦੇਖਦੇ ਹੋ ਤੁਸੀਂ? ਜਿਵੇਂ ਬਾਈ ਕਹਿ ਰਿਹਾ ਸੀ ਕਿ ਅਸੀਂ ਬਹੁਤ ਪਾਰਟੀਆਂ ਤੱਕ ਪਹੁੰਚ ਕੀਤੀ, ਕਿ ਜਾਂ ਬਹੁਤ ਘੱਟ ਲੋਕਾਂ ਦਾ ਮਸਲਾ ਨਹੀਂ ਹੁੰਦਾ, ਵੱਧ ਲੋਕਾਂ ਦਾ ਮਸਲਾ ਹੁੰਦਾ? ਸਰ, ਅਸੀਂ ਆਮ ਆਦਮੀ ਪਾਰਟੀ ਦੇ ਹਰ ਨੁਮਾਇੰਦੇ ਨੂੰ ਫੋਨ ਕੀਤਾ ਹੈ, ਮੈਂ ਖੁਦ ਬਕਾਇਦਾ ਕੀਤਾ ਹੈ। ਕਿਹਨਾਂ ਨੂੰ ਕੀਤਾ? ਹਰਪਾਲ ਸਿੰਘ ਚੀਮੇ ਨੂੰ ਮੈਂ ਬਕਾਇਦਾ 10 ਵਾਰੀ ਫੋਨ ਕਰ ਚੁੱਕਿਆ। ਉਹ ਕਹਿੰਦੇ ਨੇ ਜਦ ਮੈਂ ਚੰਡੀਗੜ੍ਹ ਆਵਾਂਗਾ ਉਦੋਂ ਤੁਹਾਨੂੰ ਮਿਲਾਂਗਾ। 10 ਵਾਰੀ ਉਹ ਚੰਡੀਗੜ੍ਹ ਆ ਚੁੱਕੇ ਨੇ, ਅੱਜ ਤੱਕ ਪਹੁੰਚ ਨਹੀਂ ਉਹਨਾਂ ਨੇ ਕੀਤੀ। ਉਹ ਜਦ ਸੱਤਾ 'ਚ ਆਉਣਗੇ ਤਾਂ ਉਦੋਂ ਕਦ ਸਾਡੀ ਸੁਣਨਗੇ? ਸੱਤਾ ਤਾਂ ਆਉਣ ਤੋਂ ਪਹਿਲਾਂ ਵੀ ਨਹੀਂ ਉਹ ਸਾਡੀ ਸੁਣ ਰਹੇ, ਤਾਂ ਸੱਤਾ 'ਚ ਆ ਕੇ ਤਾਂ ਉਹ ਸਾਡੀ ਕਿੱਥੇ ਸੁਣਨਗੇ? ਇਹ ਵੀ 2 ਪਾਰਟੀਆਂ ਵਾਂਗ ਇਹ ਵੀ ਉਹਨਾਂ ਦੇ ਨਾਲ ਇਸ ਤਰ੍ਹਾਂ ਕਰਕੇ ਰਲ ਕੇ ਪਬਲਿਕ ਨੂੰ ਹੈਰਾਨ ਤੇ ਪਰੇਸ਼ਾਨ ਕਰਨਗੇ। ਇਹਨਾਂ ਨੂੰ ਬੇਨਤੀ ਹੈ ਕਿ ਸਾਡੇ ਨਾਲ ਆ ਕੇ ਸਾਡੇ ਬੈਠ ਕੇ ਸਾਡਾ ਦੁੱਖ ਦਰਦ ਸੁਣੋ। ਜੇ ਤੁਸੀਂ ਸੱਤਾ 'ਤੇ ਆਉਣਾ ਚਾਹੁੰਦੇ ਹੋ ਤਾਂ ਮੈਂ ਬੇਨਤੀ ਕਰਦਾ ਹਰਪਾਲ ਸਿੰਘ ਚੀਮੇ ਨੂੰ ਵੀ ਤੈਨੂੰ ਅਸੀਂ ਨੁਮਾਇੰਦਾ 10 ਵਾਰੀ ਫੋਨ ਕਰ ਚੁੱਕੇ ਹਾਂ, ਤੂੰ ਸਾਡੀ ਇੱਕ ਵਾਰ ਵੀ ਸੁਣਵਾਈ ਨਹੀਂ ਕੀਤੀ ਵੀ ਤੁਸੀਂ ਆ ਕੇ ਸਾਡੀ ਸਾਰ ਲਈ ਹੋਵੇ। ਅਸੀਂ ਭਗਵੰਤ ਮਾਨ ਸਾਹਿਬ ਨੂੰ ਵੀ ਬੇਨਤੀ ਕਰਦੇ ਹਾਂ ਵੀ ਤੁਸੀਂ ਸਾਡੀ ਆ ਕੇ ਸਾਰ ਲਵੋ। ਜੀ ਕੁਝ ਦਿਖਾਉਣਾ ਚਾਹੁੰਦੇ ਨੇ ਜੀ? ਮੈਂ ਕੈਮਰੇ ਦੇ ਸਾਹਮਣੇ ਕਰ ਲਓ। ਮੈਂ ਕੈਪਟਨ ਸਾਹਿਬ ਜੀ ਨੂੰ ਯਾਦ ਕਰਵਾਉਣਾ ਚਾਹੁੰਦਾ ਆ ਵੀ ਤੁਸੀਂ ਸਾਡੇ 2016 ਦੇ ਵਿੱਚ ਧਰਨੇ ਵਿੱਚ ਆਏ ਸੀਗੇ ਜੀ, ਤੇ ਸਾਨੂੰ ਤੁਸੀਂ ਸਮਰਥਨ ਦੇ ਕੇ ਗਏ ਸੀਗੇ ਵੀ ਜਦੋਂ ਮੇਰੀ ਸਰਕਾਰ ਆਊਗੀ ਤਾਂ ਮੈਂ ਤੁਹਾਨੂੰ ਪਹਿਲ ਦੇ ਆਧਾਰ ਤੇ ਨੌਕਰੀ ਦੇਵਾਂਗਾ। ਆਹ ਦੇਖ ਲਓ ਸਮਰਥਨ ਦੀਆਂ ਜੀ, ਕੈਪਟਨ ਸਾਹਿਬ ਖੁਦ ਸਾਡੇ ਧਰਨੇ 'ਚ ਆਏ ਸੀ। ਅੱਜ 4.5 ਸਾਲ ਬੀਤ ਜਾਣ ਦੇ ਬਾਅਦ ਮੈਂ ਕੈਪਟਨ ਸਾਹਿਬ ਨੂੰ ਇਹ ਪੁੱਛਣਾ ਚਾਹੁੰਦਾ ਹਾਂ ਜੀ, ਤੁਸੀਂ ਚੇਤਾ ਸਾਡਾ ਵਾਅਦਾ ਜਿਹੜਾ ਕੀਤਾ ਸੀ ਉਹ ਭੁੱਲ ਗਏ? ਅਸੀਂ ਤੁਹਾਨੂੰ ਚੇਤਾ ਕਰਾਉਣਾ ਚਾਹੁੰਦੇ ਹਾਂ, ਅਸੀਂ ਉਹੀ ਮ੍ਰਿਤਕਾਂ ਦੇ ਵਾਰਸ ਹਾਂ ਜੀ ਜੋ ਤੁਹਾਡੇ ਤੋਂ ਨੌਕਰੀ ਦੀ ਮੰਗ ਕਰ ਰਹੇ ਸੀ। ਅੱਜ ਤੁਹਾਡੀ ਸਰਕਾਰ ਆ, ਸਾਡੇ ਵੱਲ ਦੇਖੋ, ਸਾਡਾ ਧਿਆਨ ਦਿਓ। ਸਾਡੀ ਕੋਈ ਸਾਰ ਨਹੀਂ ਲੈ ਰਿਹਾ ਜੀ। ਅਸੀਂ ਇੱਥੇ ਰਾਤ ਨੂੰ ਰਹਿੰਦੇ ਆ, ਇੱਥੇ ਸੱਪ
ਥੋੜੇ ਦਿਨ ਪਹਿਲਾਂ ਆ ਗਿਆ ਅੱਧੀ ਰਾਤ ਨੂੰ, ਵੀ ਕਿੰਨੀਆਂ ਮੁਸ਼ਕਲਾਂ ਦਾ ਮੀਂਹ ਕਣੀ ਦੇ ਵਿੱਚ ਅਸੀਂ ਇੱਥੇ ਗੁਜ਼ਾਰਾ ਕਰ ਰਹੇ ਆ। ਤੇ ਸਾਡੇ ਨਾਲ ਕਿਸਾਨ ਜਥੇਬੰਦੀਆਂ ਤੋਂ ਮੈਡਮ ਆ ਜੋ ਸਾਡੇ ਨਾਲ ਭੁੱਖ ਹੜਤਾਲ ਤੇ ਬੈਠੇ ਹੋਏ ਆ, ਉਹ ਜੋ ਸਾਡਾ ਬਹੁਤ ਸਪੋਰਟ ਕਰ ਰਹੇ ਆ। ਆਹ ਸਾਡੇ ਜੀ 2016 ਦੇ ਧਰਨੇ ਦੀਆਂ ਤਸਵੀਰਾਂ ਜੋ ਕੈਪਟਨ ਸਾਹਿਬ ਸਾਡੇ ਸਮਰਥਨ ਨੂੰ ਆਏ ਸੀਗੇ। ਉਦੋਂ ਕੈਪਟਨ ਸਾਹਿਬ ਆਪ ਕਹਿ ਕੇ ਗਏ ਸੀਗੇ ਵੀ ਜਦੋਂ ਮੇਰੀ ਸਰਕਾਰ ਆਊਗੀ ਮੈਂ ਤੁਹਾਨੂੰ ਨੌਕਰੀਆਂ ਦੇਵਾਂਗਾ। 4.5 ਸਾਲ ਬੀਤ ਗਏ ਆ ਜੀ, ਪਰ ਸਾਡੀਆਂ ਕੋਈ ਵੀ ਮੰਗਾਂ ਨੂੰ ਧਿਆਨ ਨਹੀਂ ਦਿੱਤਾ ਜਾਂਦਾ। ਹੁਣ ਸਾਡੇ ਸਾਰੇ ਪਰਿਵਾਰ ਜਿੱਥੇ ਬੈਠੇ ਆ ਉਹਨਾਂ ਦੇ ਕੋਲ ਕੋਈ ਵੀ ਰੋਟੀ ਦਾ ਕੋਈ ਸਾਧਨ ਨਹੀਂ ਹੈਗਾ ਜੀ। ਬਾਈ ਜੀ ਕਿਵੇਂ ਦੇਖਦੇ ਹੋ ਕਿ ਸਰਕਾਰਾਂ ਨੇ ਜਿਹੜੀਆਂ, ਤੁਹਾਡੀ ਗੱਲ ਨਹੀਂ ਮੰਨੀ ਜਾ ਰਹੀ, 40 ਦਿਨ ਹੋ ਗਏ ਤੁਹਾਡੇ ਨਾਲ ਮੀਟਿੰਗਾਂ ਨੇ ਜਿਹੜੀਆਂ ਉਹ ਵੀ ਬੇਸਿੱਟਾ ਰਹਿੰਦੀਆਂ ਨੇ, ਘਰ-ਬਾਰ ਛੱਡ ਕੇ ਇੱਥੇ ਬੈਠੇ ਹੋ, ਘਰਾਂ ਦੇ ਕਿਹੋ ਜਿਹੇ ਹਾਲਾਤ ਨੇ? ਬਹੁਤ ਸਾਰੇ ਜਵਾਨਾਂ ਨੇ ਅੱਗੇ ਕਹਿੰਦੇ ਵੀ ਨੌਕਰੀ ਦੇ ਲਈ ਅਪਲਾਈ ਨਹੀਂ ਕੀਤਾ ਕਿ ਸ਼ਾਇਦ ਸਾਨੂੰ ਸਾਡੇ ਬਣਦੇ ਹੱਕ ਦੀ ਨੌਕਰੀ ਮਿਲੂਗੀ। ਵੀਰ ਜੀ ਪਹਿਲਾਂ ਤਾਂ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਜੀ। ਪਤਾ ਗੱਲ ਕੀ, ਸਰਕਾਰਾਂ ਦੇ ਨਾ ਅਸੀਂ ਪੈਰਾਂ ਤੇ ਚਰਨਾਂ ਤੱਕ ਹੱਥ ਲਾ ਚੁੱਕੇ ਜੀ। ਸਾਡੇ ਭਰਾਵਾਂ ਦਾ ਹਾਲਤ ਇੰਨੀ ਗੰਭੀਰ ਹੋ ਰਹੀ ਹੈ। ਜਦੋਂ ਸਾਡੇ ਡੈਡੀ ਦੀ ਡੈਥ ਹੋਈ ਸੀਗੀ ਉਸ ਟਾਈਮ ਅਸੀਂ ਆਪਣੇ ਡੈਡੀ ਦੇ ਨੂੰ ਅਸੀਂ ਕਿਹੜੇ ਹਿਸਾਬ ਨਾਲ ਅਸੀਂ ਆਪਣੇ ਘਰੇ ਲੈ ਕੇ ਗਏ ਸੀ। ਸਾਨੂੰ ਹੌਸਲਾ ਸੀਗਾ ਵੀ ਸਰਕਾਰ ਦੇ ਕੰਮ ਕਰ ਰਹੇ ਨੇ, ਅਸੀਂ ਵੀ ਸਾਨੂੰ ਵੀ ਫਖਰ ਸੀਗਾ ਵੀ ਸਾਡੇ ਪਿਤਾ ਜੀ ਦੀ ਨੌਕਰੀ ਅਸੀਂ ਕਰਾਂਗੇ। ਪਰ ਸਾਨੂੰ ਇੱਥੇ ਦਫ਼ਤਰਾਂ ਦੇ ਵਿੱਚ ਧੱਕੇ ਤੇ ਇਹਨਾਂ ਦੀਆਂ ਜੋ ਇਹਨਾਂ ਦੇ ਭਾਸ਼ਣ ਨੇ ਸਾਡੇ ਤੋਂ ਸੁਣੇ ਨਹੀਂ ਜਾਂਦੇ ਹੈਗੇ। ਤੇ ਜਿੱਦਣ ਦੇ ਸਾਡੇ ਹਾਲਾਤ ਦੇਖ ਲਓ ਕਿੰਨੇ ਨੇ, ਘਰ ਦੇ ਹਾਲਾਤ ਤਾਂ ਇਹੋ ਜਿਹੇ ਹੋਏ ਪਏ ਨੇ ਕਿ ਸਾਡੀਆਂ ਮਾਵਾਂ ਵਿਚਾਰੀਆਂ ਭਾਂਡੇ ਧੋ ਰਹੀਆਂ ਨੇ, ਲੋਕਾਂ ਦੇ ਝਾੜੂ ਪੋਚੇ ਕਰਦੀਆਂ ਨੇ, ਕਿਰਾਇਆ ਵੀ ਅਸੀਂ ਕਿਸ ਤੋਂ ਮੰਗ ਕੇ ਲੈ ਕੇ ਆਉਂਦੇ ਹਾਂ। ਵੀਰ ਜੀ ਸਾਨੂੰ ਨਾ ਇੱਥੇ ਆਉਣ ਦਾ ਵੀ ਸਾਡੇ ਕੋਲੇ 4-5 ਦਿਨ ਕਿਸੇ ਤੋਂ ਪੈਸੇ ਫੜ ਕੇ ਲੈ ਕੇ ਆਉਂਦੇ ਆਂਗੇ, ਪੈਸੇ ਵੀ ਅਸੀਂ ਜਾਂਦੇ ਕਿਵੇਂ ਦੇਵਾਂਗੇ? ਇੱਥੇ 40 ਦਿਨ ਸਾਨੂੰ ਇੱਥੇ ਬੈਠਿਆਂ ਨੂੰ ਹੋ ਗਏ। ਅਸੀਂ ਕੈਪਟਨ ਸਾਹਿਬ ਨੂੰ ਹੱਥ ਜੋੜ ਕੇ ਬੇਨਤੀ ਕਰਦੇ ਹਾਂ, ਪਲੀਜ਼ ਸਾਡੀ ਸੁਣੀ ਜਾਵੇ, ਨਹੀਂ ਤਾਂ ਸਾਰੇ ਦੇ ਸਾਰੇ ਸਾਨੂੰ ਵਿਸ਼ਵਾਸ ਖਤਮ ਹੋ ਜਾਣਾਗਾ। ਸਾਡੇ ਭਰਾਵਾਂ ਦਾ ਹਾਲਤ ਦੇਖੋ, ਅਸੀਂ ਆਪਣੇ ਡੈਡੀਆਂ ਨੂੰ ਤਾਂ ਲੈ ਗਏ ਸੀਗੇ, ਅਸੀਂ ਇਹਨਾਂ ਨੂੰ ਵੀ ਲਿਜਾਣ ਤੇ ਮਜਬੂਰ ਹੋ ਜਾਣਾ। ਅਸੀਂ ਉਸ ਤੋਂ ਬਾਅਦ ਕੀ ਕਰ ਸਕਦੇ ਹਾਂ ਜੀ? ਅਸੀਂ ਪੈਰੀਂ ਹੱਥ ਲਾ ਸਕਦੇ ਹਾਂ ਸਾਰਾ। ਤਾਂ ਦੋ ਜਿਹੜੇ ਇਹਨਾਂ ਦੇ ਨਾਲ ਜਵਾਨ ਨੇ ਉਹ ਮਰਨ ਵਰਤ ਤੇ ਬੈਠੇ ਹੋਏ ਨੇ। ਰਾਤ ਵੀ ਉਹਨਾਂ ਦੀ ਜਿਹੜੀ ਸਿਹਤ ਆ ਉਹ ਵਿਗੜੀ, ਘਰਾਂ ਦੇ ਹਾਲਾਤ ਵੀ ਕੋਈ ਬਹੁਤੇ ਚੰਗੇ ਨਹੀਂ। ਵਿੱਚ ਬਹੁਤ ਜਿਹੜੇ ਨੌਜਵਾਨ ਨੇ ਉਹ ਓਵਰੇਜ ਹੋ ਗਏ, ਹੋਰ ਕਿਸੇ ਨੌਕਰੀ ਦਾ ਪੇਪਰ ਨਹੀਂ ਦੇ ਸਕੇ, ਸਿਰਫ ਆਪਣੀ ਬਣਦੀ ਨੌਕਰੀ, ਹੱਕ ਦੀ ਨੌਕਰੀ ਦੀ ਜਿਹੜੀ ਇੰਤਜ਼ਾਰ ਆ ਉਹਦਾ ਇੰਤਜ਼ਾਰ ਕਰਦੇ ਕਰਦੇ ਓਵਰੇਜ ਹੋ ਗਏ। ਸੋ ਹੁਣ ਦੇਖਣਾ ਆਵੇਗਾ ਕਿ ਕੀ ਸਰਕਾਰਾਂ ਨੂੰ ਉਹੀ ਮਸਲੇ ਲੱਗਦੇ ਨੇ ਜਿਨ੍ਹਾਂ ਦੇ ਵਿੱਚ ਬਹੁਤ ਗਿਣਤੀ ਹੁੰਦੀ ਹੈ, ਜਿਨ੍ਹਾਂ ਦੇ ਵਿੱਚ ਇਕੱਠ ਜ਼ਿਆਦਾ ਹੁੰਦਾ, ਤਾਂ ਉਹ ਮਸਲਾ ਵੱਡਾ ਹੋ ਜਾਂਦਾ। ਕਿ ਕੁਝ ਲੋਕਾਂ ਦਾ ਜਿਹੜਾ ਮਸਲਾ ਉਹ ਮਸਲਾ ਨਹੀਂ ਹੁੰਦਾ, ਗੱਲ ਮਸਲੇ ਦੀ ਹੈ, ਮਸਲੇ ਨੂੰ ਗੱਲ ਸੁਲਝਾਉਣ ਦੀ ਹੈ। ਤਾਂ ਦੇਖਣਾ ਹੋਵੇਗਾ ਕਿ ਸਰਕਾਰ ਕਦੋਂ ਕੁ ਤੱਕ ਸੁਲਝਾਉਣ ਵਾਲੇ ਇਸ ਮਸਲੇ ਨੂੰ ਵੱਧਦੀ ਹੈ। ਫਿਲਹਾਲ ਜਿਹੜੀ ਉਹਨਾਂ ਦੀ ਜਿਹੜੀ ਸਿਹਤ ਆ ਕੋਈ ਉਹ ਬਹੁਤੀ ਸਿਹਤਯਾਬ ਨਹੀਂ ਹੈਗੇ। ਕਦੋਂ ਵੀ ਜਿਹੜੀ ਉਹਨਾਂ ਦੀ ਸਿਹਤ ਹੈ ਉਹ ਵਿਗੜ ਜਾਂਦੀ ਹੈ ਤੇ ਫਿਰ ਡਾਕਟਰ ਬੁਲਾਉਣੇ ਪੈਂਦੇ ਨੇ। ਤਾਂ ਪ੍ਰਸ਼ਾਸਨ ਆ ਜਿਹੜਾ ਉਹ ਕਹਿੰਦੇ ਵੀ ਇਸ ਦੇ ਲਈ ਜ਼ਿੰਮੇਵਾਰ ਹੋਊਗਾ। ਤੁਸੀਂ ਕਿੰਨੇ ਦਿਨਾਂ ਤੋਂ ਇਹਨਾਂ ਦਾ ਸਮਰਥਨ ਕਰ ਰਹੇ ਹੋ ਜੀ, ਤੇ ਕਿੱਦਾਂ ਦੇ ਜਿਹੜੇ ਹਾਲਾਤ ਨੇ ਨੇੜੇ ਤੋਂ ਤੁਸੀਂ ਦੇਖੇ ਨੇ? ਸਰ ਜਿੰਨੇ ਦਿਨ ਤੋਂ ਵੀ ਇਹ ਧਰਨੇ ਤੇ ਬੈਠੇ ਆ, ਪਿਛਲੇ 35-36 ਦਿਨਾਂ ਤੋਂ ਇਹ ਧਰਨੇ ਤੇ ਮੈਂ ਰੈਗੂਲਰ ਮੇਰੀ ਹਾਜ਼ਰੀ ਹੁੰਦੀ ਹੈਗੀ ਆ। ਤੇ ਪਰ ਹੁਣ ਜਦੋਂ ਇਹਨਾਂ ਨੇ ਭਰਾਵਾਂ ਨੇ ਮੇਰਿਆਂ ਨੇ ਮਰਨ ਵਰਤ ਤੇ ਇਹ ਬੈਠੇ ਹੈਗੇ ਆ, ਤਾਂ ਮੈਂ ਵੀ ਕੱਲ੍ਹ ਤੋਂ ਸਹੁੰ ਖਾ ਲਈ ਹੈਗੀ ਆ ਕਿ ਮੈਂ ਮਤਲਬ ਮੇਰੀ ਥੋੜ੍ਹੀ ਜਿਹੀ ਮੈਡੀਸਨ ਚੱਲਦੀ ਹੈਗੀ ਆ ਕਿ ਵੀ ਮੇਰੀ ਬਿਮਾਰੀ ਦੇ ਕਾਰਨ ਜੀ, ਤੇ ਮੈਂ ਮਰਨ ਵਰਤ ਤੇ ਤਾਂ ਨਹੀਂ, ਪਰ ਮੈਂ ਭੁੱਖ ਹੜਤਾਲ ਤੇ ਰੈਗੂਲਰ ਰਹੂੰਗੀ ਜਦੋਂ ਤੱਕ ਇਹਦਾ ਮਸਲਾ ਹੱਲ ਨਹੀਂ ਹੁੰਦਾ ਹੈਗਾ। ਹਾਂਜੀ, ਮੈਂ ਭਾਰਤੀ ਕਿਸਾਨ ਮਜ਼ਦੂਰ ਏਕਤਾ ਯੂਨੀਅਨ ਸ੍ਰੀ ਮੁਕਤਸਰ ਸਾਹਿਬ ਤੋਂ ਸੂਬਾ ਆਗੂ ਹੈਗੀ ਆ। ਤੇ ਮੇਰੀ ਸਰਕਾਰ ਨੂੰ ਵੀ ਗੁੰਜਾਇਸ਼ ਆ ਕਿ ਵੀ ਇਹਨਾਂ ਨੂੰ ਜਲਦੀ ਤੋਂ ਜਲਦੀ ਇਹਦੇ ਮਸਲੇ ਦਾ ਹੱਲ ਕੀਤਾ ਜਾਵੇ। ਅਦਰਵਾਈਜ਼ ਕੋਈ ਇਸ ਦੇ ਦੌਰਾਨ ਇਹਨਾਂ ਦੇ ਜਿਹੜੇ ਧਰਨਾ ਚੱਲਦਾ ਆ ਦੌਰਾਨ ਤਾਂ ਕੋਈ ਮੇਰੇ ਭਰਾਵਾਂ ਨੂੰ ਕੋਈ ਨੁਕਸਾਨ ਹੁੰਦਾ ਆ ਤਾਂ ਇਸ ਦੀ ਜਿਹੜੀ ਜਵਾਬਦੇਹੀ ਉਹ ਸਰਕਾਰ ਕਰੂਗੀ। ਸਰਕਾਰ ਜ਼ਿੰਮੇਵਾਰ ਹੋਊ, ਪ੍ਰਸ਼ਾਸਨ ਜ਼ਿੰਮੇਵਾਰ ਹੋਊ। ਤੇ ਮੈਂ ਇੱਥੇ ਇਸ ਗੱਲ ਕਰਕੇ ਬੈਠੀ ਹੈਗੀ ਆ ਇਹਨਾਂ ਆਪਣੇ ਭਰਾਵਾਂ ਨਾਲ। ਤੇ ਗੁਰਬਾਣੀ ਦੇ ਵਿੱਚ ਇੱਕ ਸ਼ਬਦ ਲਿਖਿਆ ਹੈਗਾ ਵੀ ਸੱਭੇ ਸਾਂਝੀ ਵਾਲ ਛਦੈਣ, ਠੀਕ ਹੈ ਨਾ, ਕਿ ਵੀ ਜਿਹੜੀ ਧੀ ਭੈਣ ਆ ਉਹ ਹਰੇਕ ਦੀ ਸਾਂਝੀ ਆ। ਤਾਂ ਮੈਂ ਇਸ ਗੱਲ ਕਰਕੇ ਮੈਂ ਸਾਂਝੀ ਇਹਨਾਂ ਦੀ, ਇਹ ਸਾਰੇ ਮੇਰੇ ਭਰਾ ਹੈ। ਜਿੰਨੀ ਦੇਰ ਮੇਰੇ ਭਰਾ ਮਤਲਬ ਮਰਨ ਵਰਤ ਤੇ ਰਹਿਣਗੇ ਉਨੀ ਦੇਰ ਮੈਂ ਭੁੱਖ ਹੜਤਾਲ ਤੇ ਬੈਠੀ ਰਹੂੰਗੀ। ਸੋ ਇਹ ਇੱਕ ਕਿਸਾਨ ਬੀਬੀ ਨੇ ਜਿਹੜੇ ਇਹਨਾਂ ਨੌਜਵਾਨਾਂ ਦੇ ਸਮਰਥਨ ਦੇ ਵਿੱਚ ਆਏ ਨੇ। ਕਿਸਾਨ ਮਜ਼ਦੂਰ ਏਕਤਾ ਯੂਨੀਅਨ ਦੇ ਮੁਕਤਸਰ ਦੇ ਵਿੱਚ ਸੂਬਾ ਆਗੂ ਉਹਨਾਂ ਨੇ ਦੱਸਿਆ ਆਪਣੇ ਆਪ ਨੂੰ, ਤਾਂ ਉਹ ਵੀ ਇਹਨਾਂ ਦੇ ਸਮਰਥਨ ਦੇ ਵਿੱਚ ਆਏ ਨੇ ਕਿ ਜੇਕਰ ਇਹਨਾਂ ਨੂੰ ਕੁਝ ਹੁੰਦਾ, ਜੇਕਰ ਇਹਨਾਂ ਦਾ ਕੋਈ ਜਾਨੀ ਮਾਲੀ ਨੁਕਸਾਨ ਹੋ ਜਾਂਦਾ ਉਹਦੇ ਲਈ ਸਿੱਧੀ ਤੋਂ ਸਿੱਧੀ ਸਰਕਾਰ ਜ਼ਿੰਮੇਵਾਰ ਹੋਊਗੀ। ਸੋ ਦੇਖਣਾ ਹੋਵੇਗਾ ਕਿ ਪੰਜਾਬ ਹੋਮਗਾਰਡ ਯੂਨੀਅਨ ਦੀ ਤੇ ਉਹਨਾਂ ਦੇ ਵਾਰਸਾਂ ਦੀ ਜਿਹੜੀ ਆਵਾਜ਼ ਆ ਉਹ ਸਰਕਾਰ ਤੱਕ ਕਦੋਂ ਤੱਕ ਪਹੁੰਚਦੀ ਹੈ ਤੇ ਉਸ ਆਵਾਜ਼ ਨੂੰ ਕਦੋਂ ਗੌਰ ਨਾਲ ਸੁਣਿਆ ਜਾਊਗਾ ਤੇ ਕਦੋਂ ਫਿਰ ਉਸ 'ਤੇ ਅਮਲ ਕੀਤਾ ਜਾਊਗਾ, ਇਹ ਦੇਖਣ ਯੋਗ ਹੋਏਗਾ।
ਸੋ ਬਾਕੀ ਖਬਰਾਂ ਦੇ ਲਈ ਜੁੜੇ ਰਹੋ ਪ੍ਰਵਾਸੀ ਟੀਵੀ ਦੇ ਨਾਲ। ਕੈਮਰਾਮੈਨ ਸੋਨੂੰ ਜਾਂਸਲਾ ਦੇ ਨਾਲ ਮੈਂ ਸਫਰ ਮੋਹਾਲੀ ਤੋਂ।